ਧੋਪੈ ਸੁਆਮੀ। ਮਾਨਸ ਕੀ ਗਤ ਏਹੀ, ਜਿਉ ਬੁਲਾਵੇ ਤਿਉ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਕ ਓੰਕਾਰ ਸਤਿਗੁਰ ਪ੍ਰਸਾਦ, ਨਾਉ ਕਰਤਾ ਕਾਦਰ ਕਰੀ। ਕਿਉ ਬੋਲ ਹੋਵੈ ਜੋ ਖੀਵਦੈ, ਦੇ ਗੁਨਾ ਸਤ ਭੈਣ ਪਰਾਵ ਹੈ। ਪਾਰੰਗਤ ਦਾਨ ਪੜੀਵਦੈ, ਨਾਨਕ ਰਾਜ ਚਲਾਇਆ। ਸੱਚ ਕੂਟ ਸਤਾਣੀ ਨੀਵੰਦੈ, ਲਹਿਣੇ ਧਰਿਓਨ ਛਤ ਸਿਰ। ਕਰ ਸਿਫਤੀ ਅੰਮ੍ਰਿਤ ਪੀਵੰਦੈ, ਮਤ ਗੁਰ ਆਤਮ ਦੇਵ ਦੀ। ਖੜਗ ਜੋਰ ਪਰਾਕਉ ਜੀਦੈ, ਗੁਰ ਚੇਲੇ ਰਹਿ ਰਾਸ ਕੀ। ਨਾਨਕ ਸਲਾਮਤ ਥੀਵੰਦੈ, ਸਹਿ ਟਿਕਾ ਦਿਦੋਸ ਜੀਵੰਦੈ। ਸਹਿ ਟਿਕਾ ਦਿਤੋਸ ਜੀਵੰਦੈ, ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਚੱਲ ਰਹੀ ਲੜੀ ਦੇ ਮੁਤਾਬਕ ਅੱਜ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਰਾਏ ਬਲਵੰਡ ਤੇ ਭਾਈ ਸੱਤਾ ਜੀ ਦੀ ਵਾਰ ਜੋ ਅੱਜ ਆਰੰਭ ਹੋਈ ਹੈ, ਜਿਸ ਦੀ ਪਹਿਲੀ ਪੌੜੀ ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਗੁਰੂ ਕਿਰਪਾ ਸਦਕਾ ਇਸ ਵਾਰ ਨੂੰ, ਇਸ ਬਾਣੀ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਪਵਿੱਤਰ ਵਾਰ ਹੈ,
ਇਹ ਗੁਰੂ ਘਰ ਦੇ ਰਬਾਬੀ ਭਾਈ ਰਾਏ ਬਲਵੰਡ ਜੀ ਤੇ ਭਾਈ ਸੱਤਾ ਜੀ ਦੀ ਲਿਖੀ ਹੋਈ ਹੈ। ਇਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਉਸਤਤ ਕੀਤੀ ਗਈ ਹੈ, ਗੁਰੂ ਵਡਿਆਈ ਕੀਤੀ ਗਈ ਹੈ। ਬੜੀ ਸ਼ਰਧਾ ਤੇ ਬੜੀ ਭਾਵਨਾ ਦੇ ਨਾਲ ਗੁਰੂ ਜੋਤ ਨੂੰ ਵਡਿਆਇਆ ਗਿਆ ਹੈ। ਇਹਦੇ ਵਿੱਚੋਂ ਪਹਿਲੀਆਂ 3 ਪੌੜੀਆਂ ਭਾਈ ਰਾਏ ਬਲਵੰਡ ਜੀ ਦੀਆਂ ਹਨ ਤੇ ਮਗਰਲੀਆਂ 5 ਪੌੜੀਆਂ ਭਾਈ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਕੁੱਲ ਇਹਦੇ ਵਿੱਚ 8 ਪੌੜੀਆਂ ਨੇ। ਇਹ ਜੋ ਵਾਰ ਹੈ ਇਹ ਕੇਵਲ ਪੌੜੀਆਂ ਦੇ ਨਾਲ ਲਿਖੀ ਹੋਈ ਹੈ, ਇਹਦੇ ਵਿੱਚ ਸ਼ਲੋਕ ਦਰਜ ਨਹੀਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਰ ਵਾਰਾਂ ਦੇ ਅੰਦਰ ਇਸ ਤੋਂ ਪਹਿਲਾਂ ਆਪਾਂ ਰਾਮ ਕਲੀ ਕੀ ਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਚਾਰੀ ਹੈ, ਉਹਦੇ ਵਿੱਚ ਸ਼ਲੋਕ ਦਰਜ ਹਨ। ਇਸ ਵਾਰ ਦੇ ਅੰਦਰ ਸ਼ਲੋਕ ਨਹੀਂ ਨੇ, ਕੇਵਲ ਪੌੜੀਆਂ ਨੇ। ਇੱਕ ਬਸੰਤ ਕੀ ਵਾਰ ਆਉਂਦੀ ਹੈ, ਉਹਦੇ ਵਿੱਚ ਵੀ ਸ਼ਲੋਕ ਦਰਜ ਨਹੀਂ ਨੇ, ਉਹਦੇ ਵਿੱਚ ਵੀ ਪੌੜੀਆਂ ਨੇ। ਇਹ 2 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਸੀਆਂ ਨੇ ਜਿਹੜੀਆਂ ਕੇਵਲ ਪੌੜੀਆਂ ਦੇ ਆਧਾਰਿਤ ਲਿਖੀਆਂ ਗਈਆਂ ਹਨ, ਸ਼ਲੋਕ ਨਹੀਂ ਨੇ। ਇਹ ਵਾਰ ਕਦੋਂ ਲਿਖੀ ਗਈ, ਇਹਦੇ ਬਾਰੇ ਇੱਕ ਗਾਥਾ, ਇੱਕ ਸਾਖੀ ਆਪ ਜੀ ਸਾਰਿਆਂ ਨੇ ਕਈ ਵਾਰੀ ਸੁਣੀ ਹੈ। ਇਸ ਵਾਰ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਉਸ ਘਟਨਾ ਦਾ, ਉਸ ਸਾਖੀ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਭਾਈ ਸੱਤਾ ਤੇ ਭਾਈ ਬਲਵੰਡ ਜੀ ਗੁਰੂ ਘਰ ਦੇ ਮਹਾਨ ਕੀਰਤਨੀਏ ਸਨ। ਇਹਨਾਂ ਤੋਂ ਕੀਰਤਨ ਸੁਣ ਕੇ ਸੰਗਤਾਂ ਰੱਬੀ ਚਰਨਾਂ ਨਾਲ, ਗੁਰੂ ਚਰਨਾਂ ਨਾਲ ਜੁੜ ਜਾਂਦੀਆਂ ਸਨ। ਟੁੱਟੇ ਹੋਏ ਮਨਮੁਖ ਬਿਰਤੀ ਵਾਲੇ ਲੋਕ ਜਦੋਂ ਇਹਨਾਂ ਦੇ ਕੋਲ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਰੱਬੀ ਬਾਣੀ ਦਾ ਕੀਰਤਨ ਸੁਣਦੇ ਸਨ, ਗੁਰਮੁਖ ਬਣ ਜਾਂਦੇ ਸਨ, ਗੁਰੂ ਨਾਲ ਪ੍ਰੀਤ ਜੁੜ ਜਾਂਦੀ ਸੀ, ਰੱਬੀ ਪਿਆਰ ਦੇ ਰਸ ਵਿੱਚ ਰੰਗੇ ਜਾਂਦੇ ਸਨ। ਭਾਈ ਸੱਤਾ ਤੇ ਬਲਵੰਡ ਜੀ, ਭਾਈ ਸੱਤਾ ਜੀ ਦੀ ਪੁੱਤਰੀ ਦਾ ਵਿਆਹ ਆ ਗਿਆ ਤੇ ਇਹਨਾਂ ਨੂੰ ਕੁਝ ਮਾਇਆ ਦੀ ਲੋੜ ਪਈ ਹੈ ਤੇ ਇਹਨਾਂ ਦੋਵਾਂ ਨੇ ਆ ਕਰਕੇ, ਖਾਸ ਕਰਕੇ ਭਾਈ ਸੱਤਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ। ਆਖਿਆ ਵੀ ਸੱਚੇ ਪਾਤਸ਼ਾਹ ਜੀ, ਮੇਰੀ ਪੁੱਤਰੀ ਦਾ ਵਿਆਹ ਹੈ, ਮੇਰੀ ਬੱਚੀ ਦਾ ਆਨੰਦ ਕਾਰਜ ਹੈ ਤੇ ਉਹਦੇ ਵਾਸਤੇ ਮਾਇਆ ਚਾਹੀਦੀ ਹੈ, ਉਹਦੇ ਵਾਸਤੇ ਭੇਟਾ ਚਾਹੀਦੀ ਹੈ ਕੁਝ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਸੱਤਾ ਜੀ ਤੁਹਾਡੀ ਬੱਚੀ ਦਾ ਵਿਆਹ ਨਹੀਂ, ਸਾਡੀ ਬੱਚੀ ਦਾ ਵਿਆਹ ਹੈ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜਿੰਨੇ ਵੀ ਕਾਰਜ ਹਨ ਵਿਆਹ ਦੇ ਬੜੀ ਚੜ੍ਹਦੀ ਕਲਾ ਦੇ ਨਾਲ ਪੂਰਨ ਕੀਤੇ ਜਾਣਗੇ, ਤੁਸੀਂ ਘਬਰਾਓ ਨਾ। ਅਸੀਂ ਆਪ ਅੱਗੇ ਹੋ ਕੇ, ਮੂਹਰੇ ਲੱਗ ਕੇ ਆਪਣੀ ਧੀ ਦਾ, ਤੁਹਾਡੀ ਬੱਚੀ ਦਾ ਵਿਆਹ ਬੜੇ ਪਿਆਰ ਨਾਲ ਉਹਨੂੰ ਵਿਦਾ ਕਰਾਂਗੇ, ਉਹਨੂੰ ਤੋਰਾਂਗੇ, ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਨਹੀਂ ਆਉਣ ਦਿਆਂਗੇ। ਪਰ ਭਾਈ ਸੱਤਾ ਤੇ ਬਲਵੰਡ ਜੀ ਕਹਿਣ ਲੱਗੇ, ਨਹੀਂ ਸੱਚੇ ਪਾਤਸ਼ਾਹ ਜੀ, ਸਾਨੂੰ ਮਾਇਆ ਦੇ ਦਿਓ ਤੇ ਅਸੀਂ ਆਪਣੇ ਆਪ ਆਪਣੀ ਬੱਚੀ ਦਾ ਵਿਆਹ ਕਰ ਲਵਾਂਗੇ, ਸਾਨੂੰ ਮਾਇਆ ਚਾਹੀਦੀ ਹੈ। ਤੇ ਉਹਨਾਂ ਦਿਨਾਂ ਵਿੱਚ, ਜਿਨ੍ਹਾਂ ਦਿਨਾਂ ਵਿੱਚ ਮਾਇਆ ਮੰਗੀ ਹੈ ਇਹਨਾਂ ਨੇ, ਗੁਰੂ ਘਰ ਦੇ ਜਿਹੜੇ ਹਾਲਾਤ ਨੇ, ਪ੍ਰਿਥਵੀ ਚੰਦ ਨੇ ਐਸੇ ਕਰ ਦਿੱਤੇ ਕਿ ਪ੍ਰਿਥਵੀ ਚੰਦ ਨੇ ਆਪਣੇ ਜਿਹੜੇ ਮਸੰਦ ਸਨ, ਆਪਣੇ ਜਿਹੜੇ ਉਹਦੇ ਸੇਵਕ ਸਨ, ਉਹ ਉਸਨੇ ਰਸਤਿਆਂ ਦੇ ਵਿੱਚ ਖਲਿਆਰ ਦਿੱਤੇ ਸਨ। ਜਿਨ੍ਹਾਂ ਰਸਤਿਆਂ ਤੋਂ ਦੂਰ ਦਰਾਡੇ ਤੋਂ ਚੱਲ ਕੇ
ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚਦੀਆਂ ਸਨ। ਰਸਦ, ਪਾਣੀ, ਭੇਟਾਵਾਂ ਆਦਿਕ ਲੈ ਕਰਕੇ ਉਹਨਾਂ ਰਸਤਿਆਂ ਤੇ ਪ੍ਰਿਥਵੀ ਚੰਦ ਨੇ ਆਪਣੇ ਬੰਦੇ ਖਲਿਆਰ ਦਿੱਤੇ ਸਨ। ਉਹ ਇਹ ਦੱਸਦੇ ਸਨ ਵੀ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਸੰਦ ਹਾਂ, ਸਿੱਖ ਹਾਂ। ਤੁਸੀਂ ਜਿੰਨੀ ਵੀ ਰਸਦ, ਭੇਟਾ, ਧਨ, ਪਦਾਰਥ ਜੋ ਵੀ ਆਪਣੀ ਕਿਰਤਕਾਰ ਨੂੰ ਸਫਲ ਕਰਨ ਦੇ ਵਾਸਤੇ, ਗੁਰੂ ਦੀਆਂ ਸੀਸਾਂ ਲੈਣ ਦੇ ਵਾਸਤੇ ਤੁਸੀਂ ਲੈ ਕੇ ਆਇਓ, ਸਾਡੇ ਕੋਲ ਜਮ੍ਹਾਂ ਕਰਾ ਦਿਓ। ਸਿੱਧੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੇ ਭੇਟਾ, ਰਸਦ ਜੋ ਵੀ ਤੁਹਾਡਾ ਦਾਨ ਹੈ ਪਹੁੰਚ ਜਾਏਗਾ। ਤੁਸੀਂ ਬਿਲਕੁਲ ਇਹ ਨਿਸ਼ਚਿੰਤ ਹੋ ਕੇ ਗੁਰੂ ਦਰਬਾਰ ਦੇ ਵਿੱਚ ਜਾ ਕੇ ਗੁਰੂ ਦੇ ਦਰਸ਼ਨ ਕਰੋ। ਹੁਣ ਸੰਗਤਾਂ ਉਹ ਸਾਰੀ ਜਿਹੜੀ ਭੇਟਾ, ਜੋ ਵੀ ਦਾਨ, ਜੋ ਵੀ ਰਸਦ ਬਾਣੀ ਲੈ ਕੇ ਆਉਂਦੀਆਂ ਸਨ, ਗੁਰੂ ਦੇ ਸਿੱਖ, ਗੁਰੂ ਦੇ ਮਸੰਦ ਸਮਝ ਕਰਕੇ ਉਹਨਾਂ ਪ੍ਰਿਥਵੀ ਚੰਦ ਦੇ ਉਹਨਾਂ ਬੰਦਿਆਂ ਨੂੰ ਫੜਾ ਦਿੰਦੀਆਂ ਸਨ। ਇੱਕ ਵਿਸ਼ਵਾਸ ਸੀ ਵੀ ਇਹ ਮਾਇਕ, ਭੇਟਾ ਜਾਂ ਰਾਸ਼ਨ ਜੋ ਵੀ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚ ਜਾਏਗਾ। ਆਪ ਨਿਸ਼ਚਿੰਤ ਹੋ ਕੇ ਗੁਰੂ ਦਰਬਾਰ ਵਿੱਚ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਸਨ। ਸੰਗਤ ਵਿੱਚ ਬੈਠ ਕੇ ਗੁਰੂ ਉਪਦੇਸ਼, ਗੁਰੂ ਰੱਬੀ ਬਾਣੀ ਦਾ ਕੀਰਤਨ ਸੁਣ ਕੇ ਆਪਣੀ ਰੂਹ ਨੂੰ ਠੰਡਿਆਂ, ਸ਼ਾਂਤ ਤੇ ਰਸ ਨਾਲ, ਰੱਬੀ ਰਸ ਨਾਲ ਭਰਦੀਆਂ ਸਨ। ਹੁਣ ਗੁਰਮੁਖੋ ਮਾਇਕ, ਭੇਟਾ ਜੋ ਵੀ ਰਸਦ ਹੈ ਉਹ ਮਸੰਦ ਉਹਦੇ ਬੰਦੇ ਲੈ ਜਾਂਦੇ ਸਨ ਪ੍ਰਿਥਵੀ ਚੰਦ ਦੇ। ਹੁਣ ਗੁਰੂ ਘਰ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਵੀ ਚਾਹੀਦਾ ਹੈ। ਲੰਗਰ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਹੈ। ਹੌਲੀ ਹੌਲੀ ਜਦੋਂ ਰਸਦ, ਪਾਣੀ ਆਉਣਾ ਬੰਦ ਹੋਇਆ, ਮਾਇਕ, ਭੇਟਾ ਕੋਈ ਨਾ ਆਈ ਤੇ ਗੁਰੂ ਘਰ ਦੇ ਲੰਗਰ ਵੀ ਮਸਤਾਨੇ ਹੋਣ ਲੱਗੇ। ਉਹਨਾਂ ਹਾਲਾਤਾਂ ਦੇ ਵਿੱਚ ਮਾਤਾ ਗੰਗਾ ਜੀ ਦੇ ਗਹਿਣੇ, ਕੁਝ ਕੀਮਤੀ ਚੀਜ਼ਾਂ ਤੱਕ ਵੇਚ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਘਰ ਦੀ ਜਿਹੜੀ ਲੰਗਰ ਦੀ ਮਰਿਆਦਾ ਹੈ, ਪ੍ਰਥਾ ਹੈ, ਉਹਨੂੰ ਚਾਲੂ ਰੱਖਣ ਦਾ ਯਤਨ ਕੀਤਾ। ਪੁੱਜੇ ਚੰਨੇ ਤੱਕ ਲੰਗਰ ਦੇ ਵਿੱਚ ਵਰਤਾਉਣੇ ਪਏ। ਤੇ ਉਹਨਾਂ ਦਿਨਾਂ ਦੇ ਵਿੱਚ ਇਹ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੇ ਮਾਇਆ ਦੀ ਜਿਹੜੀ ਹੈ ਮੰਗ ਉਹ ਕਰ ਦਿੱਤੀ। ਤੇ ਗੁਰੂ ਜੀ ਨੇ ਫਿਰ ਵੀ ਨਿਰਾਸ਼ ਨਹੀਂ ਕੀਤਾ। ਗੁਰੂ ਜੀ ਨੇ ਫਿਰ ਵੀ ਆਖਿਆ, ਤੁਹਾਡੀ ਲੋੜ ਤੋਂ ਵੱਧ, ਤੁਹਾਡੀ ਭਾਵਨਾ ਤੋਂ ਵੱਧ ਚੰਗੇ ਤਰੀਕੇ ਨਾਲ ਇਹ ਵਿਆਹ ਜਿਹੜਾ ਹੈ ਬੱਚੀ ਦਾ ਕੀਤਾ ਜਾਏਗਾ। ਪਰ ਗੁਰੂ ਤੇ ਵਿਸ਼ਵਾਸ ਨਾ ਹੋ ਸਕਿਆ, ਕਿਉਂਕਿ ਪ੍ਰਿਥਵੀ ਚੰਦ ਦੀ ਚੁੱਕਣਾ ਵਿੱਚ ਵੀ ਆ ਚੁੱਕੇ ਸਨ। ਉਹ ਚਾਹੁੰਦਾ ਸੀ ਵੀ ਜਿੱਥੇ ਰਸਦ, ਪਾਣੀ, ਮਾਇਆ ਆਦਿਕ ਇਹ ਰਸਤੇ ਮੈਂ ਬੰਦ ਕਰ ਦਿੱਤੇ ਹਨ, ਉੱਥੇ ਰੋਜ਼ਾਨਾ ਰੱਬੀ ਬਾਣੀ ਦਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਜੋੜਨ ਵਾਲੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਇਹ ਵੀ ਟੁੱਟ ਜਾਣ। ਲਾਲਚ ਵੀ ਕੁਝ ਦਿੱਤੇ ਗਏ ਪ੍ਰਿਥਵੀ ਚੰਦ ਦੇ ਵੱਲੋਂ, ਤੇ ਇਹਨਾਂ ਨੇ ਪੈਸਾ ਮੰਗਿਆ, ਅੜੀ ਕਰ ਲਈ ਵੀ ਸਾਨੂੰ ਤੇ ਪੈਸਾ ਚਾਹੀਦਾ, ਸਾਨੂੰ ਤੇ ਮਾਇਆ ਚਾਹੀਦੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਚਲੋ ਤੁਹਾਨੂੰ ਮਾਇਆ ਦੇ ਦਿੱਤੀ ਜਾਏਗੀ। ਤੇ ਕਹਿਣ ਲੱਗੇ ਨਹੀਂ, ਅੱਜ ਜੋ ਦੀਵਾਨ ਵਿੱਚ ਜਿੰਨੀ ਸੰਗਤ ਆਈ ਹੈ ਉਹ ਸਾਰੀ ਚੜ੍ਹਤ ਸਾਨੂੰ ਚਾਹੀਦੀ ਹੈ, ਸਾਰੀ ਭੇਟਾ ਸਾਨੂੰ ਚਾਹੀਦੀ ਹੈ। ਕੁਝ ਵਿਦਵਾਨ ਦੱਸਦੇ ਨੇ ਕਿ ਵਿਸਾਖੀ ਵਾਲਾ ਦਿਨ ਸੀ ਤੇ ਸੰਗਤਾਂ ਉਚੇਚੇ ਤੌਰ ਤੇ ਦੂਰ ਦਰਾਡਿਆਂ ਤੋਂ ਪਹਾੜੀ ਗਿਣਤੀ ਵਿੱਚ ਪਹੁੰਚੀਆਂ ਸਨ। ਇਹ ਖਿਆਲ ਬਣ ਗਿਆ ਭਾਈ ਸੱਤਾ ਤੇ ਭਾਈ ਬਲਵੰਡ ਦੇ ਮਨ ਵਿੱਚ ਵੀ ਸੰਗਤਾਂ ਬਹੁਤ ਸਾਰੀਆਂ ਪਹੁੰਚੀਆਂ ਨੇ ਤੇ ਮਾਇਆ ਵੀ, ਕੀਰਤਨ ਦੀ ਭੇਟਾ ਵੀ ਬਹੁਤ ਜ਼ਿਆਦਾ ਇਕੱਠੀ ਹੋਵੇਗੀ। ਗੁਰੂ ਮਹਾਰਾਜ ਜੀ ਕਹਿੰਦੇ ਤੁਹਾਡੀ ਮਰਜ਼ੀ ਪਈ। ਕੀਰਤਨ ਇਹਨਾਂ ਨੇ ਕੀਤਾ, ਸਗੋਂ ਅੱਗੇ ਨਾਲੋਂ ਵੱਧ ਸਮਾਂ ਲਾ ਕੇ ਕੀਰਤਨ ਕੀਤਾ। ਪਰ ਜਦੋਂ ਕੀਰਤਨ ਕੀਤਾ, ਸਮਾਪਤੀ ਹੋਈ ਤੇ ਜੋ ਮਾਇਆ ਹੋਈ, ਉੱਥੇ ਜਿੰਨੀ ਵੀ ਭੇਟ ਆਈ, ਉਹ ਜੋ ਉਹਨਾਂ ਨੇ ਕਿਆਸ ਲਗਾਏ ਸਨ, ਜੋ ਉਹਨਾਂ ਨੇ ਸੋਚਿਆ ਸੀ, ਉਸ ਸੋਚ ਦੇ ਮੁਤਾਬਕ ਉਹ ਮਾਇਆ ਉਹਨੇ ਇਕੱਠੀ ਨਾ ਹੋਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਨਾਰਾਜ਼ ਹੋ ਗਏ, ਗੁੱਸੇ ਹੋ ਗਏ, ਰੁੱਸ ਗਏ। ਗੁਰੂ ਜੀ ਨੂੰ ਕਹਿਣ ਲੱਗੇ ਤੁਸੀਂ ਸੰਗਤਾਂ ਨੂੰ ਅੰਦਰੇ ਅੰਦਰ ਕਿਤੇ ਮਨਾ ਕਰ ਦਿੱਤਾ ਹੈ ਵੀ ਇਹਨਾਂ ਨੂੰ ਭੇਟਾ ਨਾ ਜੇ ਰੱਖਿਓ ਜੀ।
ਗੁਰੂ ਮਹਾਰਾਜ ਜੀ ਕਹਿੰਦੇ ਵੀ ਐਸਾ ਤੇ ਕੁਛ ਨਹੀਂ ਪਈ। ਇਹ ਭਾਈ ਸੱਤਾ ਤੇ ਬਲਵੰਡ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗੁੱਸੇ ਹੋ ਕਰਕੇ ਆਪਣੇ ਘਰ ਚਲੇ ਗਏ। ਹੁਣ ਸਵੇਰੇ ਜਦੋਂ ਫਿਰ ਆਸਾ ਕੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਕਰਨਾ ਸੀ, ਇਹ ਰਬਾਬੀ ਸਨ, ਇਹ ਰਾਗੀ ਸਨ, ਗੁਰੂ ਘਰ ਦੇ ਕੀਰਤਨੀਏ ਸਨ, ਤੇ ਇਹ ਆਏ ਨਾ। ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ। ਬਾਬਾ ਬੁੱਢਾ ਸਾਹਿਬ ਜੀ ਹੁਣੀ ਗਏ ਤੇ ਇਹਨਾਂ ਨੇ ਜਵਾਬ ਦੇ ਦਿੱਤਾ ਵੀ ਅਸੀਂ ਕੀਰਤਨ ਕਰਨ ਨਹੀਂ ਆਵਾਂਗੇ। ਫਿਰ ਖੁਦ ਚੱਲ ਕੇ ਸੱਚੀ ਸਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੇ ਘਰ ਗਏ ਵੀ ਗੁਰੂ ਘਰ ਦੇ ਤੁਸੀਂ ਕੀਰਤਨੀਏ ਹੋ, ਸੰਗਤ ਉਡੀਕ ਕਰਦੀ ਪਈ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਜਾ ਕੇ ਸੁਣਾਓ। ਜਿਵੇਂ ਰੋਜ਼ਾਨਾ ਤੁਸੀਂ ਕੀਰਤਨ ਕਰਦੇ ਹੋ, ਇਵੇਂ ਰੁੱਸ ਕੇ ਥੋੜੀ ਬਹਿ ਜਾਈਦਾ ਹੈ। ਚਿੰਤਾ ਨਾ ਕਰੋ, ਤੁਹਾਨੂੰ ਵਾਅਦਾ ਕੀਤਾ ਹੈ ਅਸੀਂ, ਤੁਹਾਡੀ ਬੱਚੀ ਸਾਡੀ ਬੱਚੀ ਇੱਕੋ ਹੀ ਗੱਲ ਹੈ, ਤੇ ਜਾ ਕੇ ਕੀਰਤਨ ਦੀ ਹਾਜ਼ਰੀ ਭਰੋ। ਉਹ ਗੁਰੂ ਮਹਾਰਾਜ ਜੀ ਦੀ ਗੱਲ ਤੇ ਉਹਨਾਂ ਨੇ ਕੀ ਸੁਣਨੀ ਸੀ, ਸਗੋਂ ਕਬੂਲ ਬਚਨ ਬੋਲ ਦਿੱਤੇ ਵੀ ਅਸੀਂ ਅਗਰ ਕੀਰਤਨ ਨਾ ਕਰੀਏ ਤੇ ਸੰਗਤਾਂ ਤੁਹਾਨੂੰ ਕਦੇ ਵੀ ਤੁਹਾਡੇ ਆਲੇ ਦੁਆਲੇ ਇੰਨੀ ਸੰਗਤ ਇਕੱਠੀ ਨਾ ਹੋਵੇ। ਸਗੋਂ ਸਾਡੀ ਕੁੱਲ ਦੇ ਵਿੱਚੋਂ ਭਾਈ ਮਰਦਾਨਾ ਜੀ ਵਰਗੇ ਕੀਰਤਨ ਨਾ ਕਰਦੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਵੀ ਇੰਨੀ ਉਮਤ ਨਾ ਜੁੜਦੀ, ਇੰਨੀ ਸੰਗਤ ਨਾ ਜੁੜਦੀ। ਇਹ ਜਦੋਂ ਬਚਨ ਕਹਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਲਿਓ ਮੈਨੂੰ ਭਾਵੇਂ ਜੋ ਮਰਜ਼ੀ ਤੁਸੀਂ ਕਹਿ ਲੈਂਦੇ, ਕੋਈ ਇਤਰਾਜ਼ ਨਹੀਂ ਸੀ, ਪਰ ਤੁਸੀਂ ਜਿਸ ਬਾਬਤ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਇਹ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉਸ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਦੇ ਬਾਰੇ ਤੁਸੀਂ ਗਲਤ ਬੋਲਿਆ ਹੈ, ਕਬੂਲ ਬਚਨ ਬੋਲੇ ਨੇ। ਅੱਜ ਤੋਂ ਬਾਅਦ ਵਿੱਚ ਕੋਈ ਸਿੱਖ ਤੁਹਾਨੂੰ ਮੂੰਹ ਨਹੀਂ ਲਾਵੇਗਾ। ਅੱਜ ਤੋਂ ਬਾਅਦ ਵਿੱਚ ਆਪਣੀ ਸ਼ਕਲ ਨਾ ਜੇ ਮੈਨੂੰ ਦਿਖਾਇਓ ਜੇ, ਗੁਰੂ ਦਰਬਾਰ ਵਿੱਚ ਨਾ ਜੇ ਵੜਿਓ ਜੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਪਸ ਆ ਗਏ। ਅੱਜ ਸੰਗਤਾਂ ਨੂੰ ਆਖਿਆ ਵੀ ਆਪਾਂ ਰਲ ਕੇ ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਹੈ। ਉਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਗਤਾਂ ਦੇ ਨਾਲ ਰਲ ਕੇ ਇਹ ਦੀਵਾਨ ਸਜਾਇਆ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਤੇ ਸੰਗਤਾਂ ਨੂੰ, ਸਿੱਖਾਂ ਨੂੰ ਕਹਿ ਦਿੱਤਾ ਭਾਈ ਸੱਤਾ ਤੇ ਬਲਵੰਡ ਜੀ ਹੰਕਾਰ ਦੇ ਨਸ਼ੇ ਵਿੱਚ ਚੂਰ ਹੋ ਚੁੱਕੇ ਨੇ। ਹੰਕਾਰ ਦੇ ਨਸ਼ੇ ਵਿੱਚ ਚੂਰ ਹੋ ਕੇ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਕਬੋਲ ਬਚਨ ਬੋਲੇ ਨੇ, ਅਪ ਸ਼ਬਦ ਵਰਤੇ ਹਨ। ਉਹਨਾਂ ਨੂੰ ਕੋਈ ਸਿੱਖ ਮੂੰਹ ਨਹੀਂ ਲਾਵੇਗਾ। ਹੁਣ ਭਾਈ ਸੱਤਾ ਤੇ ਬਲਵੰਡ ਜੀ ਨੂੰ ਕਿਸੇ ਨੇ ਮੂੰਹ ਨਾ ਲਾਇਆ। ਹੁਣ ਜਿਸ ਪ੍ਰਿਥਵੀ ਚੰਦ ਨੇ ਲਾਲਚ ਦਿੱਤੇ ਸੀ ਉਹ ਵੀ ਪੱਲਾ ਝਾੜ ਗਿਆ, ਕਿਉਂਕਿ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਦੀ ਜਿਹੜੀ ਚਾਲ ਸੀ ਉਹ ਫੇਲ ਕਰ ਦਿੱਤੀ। ਜਿਹੜੇ ਬੰਦੇ ਉਸਨੇ ਆਪਣੇ ਰਸਤਿਆਂ ਤੇ ਬਿਠਾਏ ਸਨ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਮੁਖੀ ਸਿੱਖਾਂ ਨੇ ਜਾ ਕੇ ਉਸ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਤੇ ਉਹਦੇ ਬੰਦੇ ਜਿਹੜੇ ਸਨ ਉਹ ਰਸਦ ਪਾਣੀ ਜਿਹੜੀ ਲੈ ਜਾਂਦੇ ਸਨ, ਉਹਦੀ ਚਾਲ ਬੰਦ ਹੋਈ ਤੇ ਉਹਨੇ ਵੀ ਪੱਲਾ ਝਾੜ ਲਿਆ। ਹੁਣ ਭਾਈ ਸੱਤਾ ਤੇ ਬਲਵੰਡ ਜੀ ਦੀ ਹਾਲਤ ਦਿਨੋਂ ਦਿਨ ਜਿਹੜੀ ਹੈ ਮਾੜੀ ਹੋਣ ਲੱਗੀ। ਰੋਟੀ ਖਾਣ ਦੇ ਲਾਲੇ ਪੈ ਗਏ, ਕੋਈ ਮੂੰਹ ਨਹੀਂ ਲਾਉਂਦਾ, ਕੋਈ ਸਿੱਖ ਨਹੀਂ ਬੁਲਾਉਂਦਾ। ਹੁਣ ਜਦੋਂ ਲੱਗੇ ਭੁੱਖੇ ਮਰਨ, ਜਦੋਂ ਦੁੱਖਾਂ ਦੇ ਵਿੱਚ ਰੋਗਾਂ ਦੇ ਵਿੱਚ ਘਿਰ ਗਏ ਤੇ ਹੁਣ ਚਾਹੁੰਦੇ ਨੇ ਵੀ ਦੁਬਾਰਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾਇਆ ਜਾਏ, ਪਰ ਸਿੱਧੇ ਮੂੰਹ ਜਾਣ ਕਿਵੇਂ? ਗੁਰੂ ਮਹਾਰਾਜ ਜੀ ਦੇ ਕੋਲ ਭੁੱਲ ਬਖਸ਼ਾਈ ਜਾਵੇ, ਪਰ ਸਿੱਧੇ ਤੇ ਜਾ ਨਹੀਂ ਸਕਦੇ। ਹੁਣ ਕਿਵੇਂ ਜਾ ਕੇ ਗੁਰੂ ਮਹਾਰਾਜ ਜੀ ਦੇ ਸਨਮੁਖ ਹੋਣ, ਕਿਹੜਾ ਮੂੰਹ ਲੈ ਕੇ ਜਾਣ? ਪਤਾ ਲੱਗਿਆ ਭਾਈ ਲੱਦਾ ਜੀ ਗੁਰੂ ਦਾ ਸਿੱਖ ਪਰਉਪਕਾਰੀ ਉਸ ਦੇ ਕੋਲ ਪਹੁੰਚੇ ਨੇ। ਜਾ ਕਰਕੇ ਆਪਣੇ ਮਨ ਦੀ ਵਿਆਥਾ, ਉਸ ਦਰਦਨਾਕ ਆਪਣੇ ਦਰਦ ਨੂੰ, ਆਪਣੇ ਜੀਵਨ ਨੂੰ, ਆਪਣੇ ਕਸ਼ਟਾਂ ਨੂੰ ਬਿਆਨ ਕੀਤਾ
ਭਾਈ ਲੱਦਾ ਜੀ ਤੁਸੀਂ ਪਰਉਪਕਾਰੀ ਹੋ, ਸਾਡੀ ਹਿੰਮਤ ਨਹੀਂ ਅਸੀਂ ਸਿੱਧੇ ਸੰਗਤ ਵਿੱਚ ਚਲੇ ਜਾਈਏ, ਸਿੱਧੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਚਲੇ ਜਾਈਏ, ਕਿਉਂਕਿ ਗੁਨਾਹ ਬੜਾ ਵੱਡਾ ਕਰ ਚੁੱਕੇ ਹਾਂ ਅਸੀਂ। ਕਿਹੜਾ ਮੂੰਹ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਾਈਏ? ਬਹੁਤ ਵੱਡਾ ਅਪਰਾਧ ਕੀਤਾ ਹੈ, ਗੁਰੂ ਨਿੰਦਕ ਹੋਏ ਹਾਂ ਅਸੀਂ, ਗੁਰੂ ਦੀ ਸ਼ਾਨ ਦੇ ਖਿਲਾਫ ਬੋਲੇ ਨੇ ਅਸੀਂ, ਤੇ ਤੁਸੀਂ ਵਿੱਚ ਵਿਚੋਲੇ ਬਣੋ, ਸਾਡੀ ਭੁੱਲ ਬਖਸ਼ਾ ਦਿਓ। ਭਾਈ ਲੱਦਿਆ ਪਰਉਪਕਾਰੀਆ, ਸਾਡੇ ਭੁੱਲਿਆਂ ਦੀ ਭੁੱਲ ਬਖਸ਼ਾ ਦੇ, ਇਹ ਬਚਨ ਕਹੀ ਜਾਂਦੇ ਨੇ ਵਾਰ-ਵਾਰ। ਹੁਣ ਗੁਰੂ ਦਾ ਸਿੱਖ ਜੀਵਨ ਐਸਾ ਗੁਰੂ ਨੇ ਬਖਸ਼ਿਸ਼ ਕੀਤਾ ਹੈ, ਜੇ ਕੋਈ ਪਛਤਾਵੇ ਦੇ ਅਥਰੂ ਲੈ ਕੇ ਗੁਰੂ ਕੋਲ ਆਉਂਦਾ ਜਾਂ ਸਿੱਖ ਕੋਲ ਆਉਂਦਾ ਹੈ, ਸਿੱਖ ਉਹਦੀ ਬਾਹ ਫੜ ਕੇ ਉਹਦੀ ਭੁੱਲ ਬਖਸ਼ਵਾ ਦਿੰਦਾ ਹੈ, ਗੁਰੂ ਦੇ ਚਰਨਾਂ ਨਾਲ ਉਹਨੂੰ ਜੋੜ ਦਿੰਦਾ ਹੈ। ਭਾਈ ਲੱਦਾ ਜੀ ਪਰਉਪਕਾਰੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚੇ ਨੇ। ਤੇ ਜਦੋਂ ਭਾਈ ਲੱਦਾ ਜੀ ਅੱਗੋਂ ਤੁਰੇ ਆਏ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਘੁੱਟ ਕੇ ਭਾਈ ਲੱਦਾ ਜੀ ਨੂੰ ਛਾਤੀ ਨਾਲ ਲਾਇਆ, ਤੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੇ ਟਹਿ ਕਰਕੇ ਅੱਖਾਂ ਦੇ ਵਿੱਚੋਂ ਅਥਰੂ ਨੇ, ਪਛਤਾਵੇ ਦੇ ਅਥਰੂ। ਸਮਝ ਲਓ ਗੁਰਮੁਖੋ, ਜਦੋਂ ਕੀਤੇ ਹੋਏ ਗੁਨਾਹ ਤੇ ਕੀਤੇ ਹੋਏ ਪਾਪ ਜਦੋਂ ਪਛਤਾਪ ਦਾ ਅਥਰੂ ਬਣ ਕੇ ਇਹਨਾਂ ਅੱਖਾਂ ਦੇ ਵਿੱਚੋਂ ਬਾਹਰ ਆਉਂਦੇ ਨੇ, ਸਮਝ ਲਓ ਉਹ ਪਾਣੀ ਅੱਖਾਂ ਦਾ ਨਹੀਂ ਬਾਹਰ ਆ ਰਿਹਾ, ਉਹ ਅੰਦਰ ਦੀ ਮੈਲ ਜਿਹੜੀ ਹੈ ਉਹ ਇਹਨਾਂ ਅਥਰੂਆਂ ਦੇ ਰਾਹੀਂ ਬਾਹਰ ਆ ਰਹੀ ਹੁੰਦੀ ਹੈ। ਰੋਂਦੇ ਨੇ, ਪਛਤਾਉਂਦੇ ਨੇ, ਪਛਤਾਪ ਕਰਦੇ ਨੇ, ਸਤਿਗੁਰ ਜੀ ਸਾਨੂੰ ਬਖਸ਼ ਲਓ। ਸਤਿਗੁਰ ਜੀ ਨਿਗੁਣੀਆਂ ਨੂੰ ਆਪੇ ਬਖਸ਼ ਲੈ, ਭਾਈ ਸਤਿਗੁਰ ਕੀ ਸੇਵਾ ਲਾਏ, ਤੂੰ ਤੇ ਨਿਗਣੀਆਂ ਨੂੰ ਬਖਸ਼ਣਾ ਹੈ ਗੁਰੂ ਮਹਾਰਾਜ ਜੀ। ਗੁਰੂ ਪਾਤਸ਼ਾਹ ਜੀ ਤੁਸੀਂ ਪਤਿਤ ਭਾਵ ਨੂੰ ਕਿਰਪਾ ਕਰਕੇ ਬਖਸ਼ ਲਓ। ਜਿਸ ਮੁਖ ਦੇ ਨਾਲ, ਜਿਸ ਜ਼ੁਬਾਨ ਦੇ ਨਾਲ ਅਸੀਂ ਗੁਰੂ ਦੀ ਨਿੰਦਿਆ ਕੀਤੀ ਹੈ, ਗੁਰੂ ਦੀ ਸ਼ਾਨ ਦੇ ਖਿਲਾਫ ਕਬੋਲ ਬਚਨ ਬੋਲੇ ਨੇ, ਅੱਜ ਉਸੇ ਰਸਨਾ ਦੇ ਨਾਲ ਅਸੀਂ ਗੁਰੂ ਘਰ ਦੀ ਵਡਿਆਈ ਕਰਨਾ ਚਾਹੁੰਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਸੀਨੇ ਨਾਲ ਲਾ ਲਿਆ। ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਭੁੱਲ, ਉਹਨਾਂ ਦੀ ਜਿਹੜੀ ਕੀਤੀ ਹੋਈ ਗਲਤੀ ਮਾਫ ਕਰ ਦਿੱਤੀ, ਕਿਉਂਕਿ ਗੁਰੂ ਦੀ ਇਹ ਵਡਿਆਈ ਹੈ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝੜਕੇ ਬਹੁ ਭਾਂਤੀ, ਬਹੁਰ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਇਹ ਗੁਰੂ ਦੀ ਵਡਿਆਈ ਹੈ। ਤੇ ਫਿਰ ਉਸ ਸਮੇਂ ਇਹਨਾਂ ਨੇ ਉਸੇ ਰਸਨਾ ਦੇ ਨਾਲ ਗੁਰੂ ਦੀ ਵਡਿਆਈ ਪਹਿਲੀ ਪਾਤਸ਼ਾਹੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ, ਪੰਚਮ ਪਾਤਸ਼ਾਹ ਤੱਕ ਕੀਤੀ। ਤੇ ਜੋ ਵਡਿਆਈ ਕੀਤੀ ਉਹਨੂੰ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ ਵਾਰ ਦਾ ਨਾਮ ਦਿੱਤਾ ਗਿਆ। ਇਹਦੇ ਵਿੱਚ 8 ਪੌੜੀਆਂ ਨੇ, ਤੇ ਇਹਨਾਂ 8 ਪੌੜੀਆਂ ਦੇ ਵਿੱਚ ਗੁਰੂ ਭਗਤੀ, ਗੁਰੂ ਵਡਿਆਈ ਸ਼ਰਧਾ ਭਾਵਨਾ ਦੇ ਨਾਲ ਪ੍ਰਗਟ ਹੁੰਦੀ ਹੈ। ਆਮ ਇਨਸਾਨ ਜਦੋਂ ਇਸ ਵਾਰ ਨੂੰ, ਇਹਨਾਂ ਪੌੜੀਆਂ ਨੂੰ ਅਰਥਾਂ ਸਮੇਤ ਕਿਤੇ ਪੜ੍ਹ ਲਵੇ, ਗੁਰੂ ਦੇ ਪ੍ਰਤੀ ਪਿਆਰ, ਗੁਰੂ ਦੇ ਪ੍ਰਤੀ ਸ਼ਰਧਾ, ਗੁਰੂ ਦੀ ਭਗਤੀ ਉਹਦੇ ਅੰਦਰ ਜਨਮ ਲੈ ਲਵੇਗੀ। ਆਓ ਇਸ ਪਾਵਨ ਵਾਰ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਰਾਮ ਕਲੀ ਕੀ ਵਾਰ, ਇਹ ਰਾਮ ਕਲੀ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਹੈ। ਰਾਏ ਬਲਵੰਡ ਤਥਾ ਸਤੈ ਦੂਮ ਆਖੀ। ਭਾਈ ਰਾਏ ਬਲਵੰਡ ਜੀ ਤੇ ਭਾਈ ਸੱਤਾ ਜੀ ਦੋਨੋਂ ਵਿਦਵਾਨ ਕਹਿੰਦੇ ਨੇ ਕਿ ਦੋਵੇਂ ਭਰਾ ਸਨ। ਇਹਨਾਂ ਦੋਵਾਂ ਨੇ ਇਹ ਆਪਣੇ ਮੁਖ ਤੋਂ ਗੁਰੂ ਉਸਤਤ ਕਰਦਿਆਂ ਇਹ ਵਾਰ ਉਚਾਰੀ ਹੈ। ਕਹਿੰਦੇ ਇੱਕ ਦੂਮ ਜਾਤੀ ਵਿੱਚੋਂ ਨੇ, ਤੇ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ ਤੇ ਵਿਆਪਕ ਹੈ, ਸਰਬ ਵਿਆਪਕ ਹੈ। ਸਾਰਾ ਪਸਾਰਾ ਉਸ ਪਰਮਾਤਮਾ ਤੋਂ ਹੋਇਆ ਹੈ, ਤੇ ਸਾਰਾ ਪਸਾਰਾ ਪਸਾਰ ਕੇ ਉਹ ਅਕਾਲ ਪੁਰਖ ਵਾਹਿਗੁਰੂ ਜੀ
ਇਸ ਸਾਰੀ ਲੁਕਾਈ ਦੇ ਵਿੱਚ ਜੋਤ ਰੂਪ ਹੋ ਕੇ ਟਿਕਿਆ ਹੋਇਆ। ਸਤਿਗੁਰ ਪ੍ਰਸਾਦ, ਸਤਿਗੁਰ ਜੀ ਦੀ ਬਖਸ਼ਿਸ਼, ਸਤਿਗੁਰ ਜੀ ਦੀ ਕਿਰਪਾ ਦੁਆਰਾ ਐਸਾ ਮਾਲਕ, ਉਹਦੀ ਨੇੜਤਾ ਨਸੀਬ ਹੁੰਦੀ, ਉਹਦੀ ਪ੍ਰਾਪਤੀ ਹੁੰਦੀ ਹੈ, ਉਹਦੇ ਗੁਣਾਂ ਦੀ ਸੋਝੀ ਹੁੰਦੀ ਹੈ। ਹੁਣ ਪਹਿਲੀ ਪੌੜੀ ਨੂੰ ਆਪਾਂ ਵਿਚਾਰੀਏ। ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤ ਕਰਦੇ ਆ। ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਉਚਾਰਨ ਕਰਦੇ ਨੇ, ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮ ਦੇ। ਵੀ ਜਿਸ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ, ਉਹਨਾਂ ਦਾ ਨਾਮਣਾ ਪਰਮਾਤਮਾ ਨੇ ਉੱਚਾ ਕਰ ਦਿੱਤਾ ਹੋਵੇ, ਨਾਉ ਕਰਤਾ ਕਾਦਰ ਕਰੇ। ਵੀ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ, ਉਹਨਾਂ ਦਾ ਨਾਮਣਾ ਪ੍ਰਭੂ ਨੇ ਉੱਚਾ ਕੀਤਾ ਹੋਵੇ, ਕੋਈ ਇਨਸਾਨ ਉਹਨਾਂ ਦੀ ਵਡਿਆਈ ਨੂੰ ਤੋਲਣ ਦੇ ਵਾਸਤੇ ਕੀ ਆਖ ਸਕਦਾ ਹੈ? ਜੋ ਖੀਵਦੇ ਦਾ ਅਰਥ ਹੈ ਤੋਲਣਾ, ਜੋਖਣਾ। ਵੀ ਮੇਰੇ ਵਰਗਾ ਬਲਵੰਡ, ਉਹ ਐਸੇ ਮਹਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਇਸ ਰਸਨਾ ਨਾਲ ਕਿਵੇਂ ਬਿਆਨ ਕਰ ਸਕਦਾ ਹੈ? ਆਪਾਂ ਤੇ ਇਹੀ ਕਹਿ ਸਕਦੇ ਹਾਂ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਕਹਿੰਦੇ ਆ ਵੀ ਜੇ ਕੋਈ ਪ੍ਰਭੂ ਦੀ ਗੱਲ ਨੂੰ ਸੁਣ ਕੇ ਆਪਣੇ ਮੰਨਣ ਵਿੱਚ ਲੈ ਕੇ ਆ ਜਾਏ ਨਾ, ਤੇ ਉਹਦੀ ਉਪਮਾ ਨਹੀਂ ਬਿਆਨ ਕੀਤੀ ਜਾ ਸਕਦੀ। ਉਹਦੀ ਉੱਚੀ ਆਤਮਿਕ ਅਵਸਥਾ ਨੂੰ ਗਾਉਣਾ, ਪੜ੍ਹਨਾ, ਵਿਚਾਰਨਾ ਬੜੀ ਔਖੀ ਗੱਲ ਹੈ। ਜੇ ਕੋਈ ਸਿੱਖ, ਜੇ ਕੋਈ ਜੁਗਿਆਸੂ ਰੱਬ ਜੀ ਦੀ ਉਸਤਤ ਸੁਣ ਕੇ, ਗੁਰੂ ਦੀ ਵਡਿਆਈ ਸੁਣ ਕੇ ਜੇ ਉਹਦੇ ਨਾਲ ਜੁੜ ਜਾਂਦਾ ਹੈ, ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਜਾਂਦਾ ਹੈ, ਤੇ ਉਹਦੀ ਵਡਿਆਈ ਕਰਨੀ ਬੜੀ ਔਖੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਵੀ ਜਿਹੜਾ ਸੁਣ ਕੇ ਮੰਨ ਲੈਂਦਾ ਹੈ, ਏਡੀ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਵੀ ਉਹਨੂੰ ਪੜ੍ਹਨਾ, ਉਹਨੂੰ ਗਾਉਣਾ, ਉਹਦੀ ਵਡਿਆਈ ਕਰਨੀ ਬੜੀ ਮੁਸ਼ਕਲ ਹੈ। ਇਹ ਤੇ ਆਮ ਜਗਿਆਸੂ ਦੀ ਗੱਲ ਕਰ ਰਹੇ ਨੇ, ਪਰ ਜਿਹੜਾ ਗੁਰੂ ਹੈ ਹੀ ਪ੍ਰਭੂ ਦਾ ਰੂਪ, ਜਿਹੜਾ ਰੱਬ ਦਾ ਰੂਪ ਹੈ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਸ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਕਰਨ ਵਾਸਤੇ ਸਾਡੀ ਰਸਨਾ ਕੀ ਬਿਆਨ ਕਰ ਸਕਦੀ ਹੈ? ਕਹਿੰਦੇ ਮੈਂ ਬਲਵੰਡ ਜੀ, ਮੈਂ ਬਲਵੰਡ ਕਿਵੇਂ ਉਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਦੇ ਬੋਲ ਬੋਲ ਸਕਦਾ ਵਾਂ, ਜਿਹਨੂੰ ਰੱਬ ਜੀ ਦੇ ਘਰ ਦੇ ਵਿੱਚੋਂ ਵਡਿਆਈ ਮਿਲੀ ਹੈ, ਜਿਹਨੂੰ ਰੱਬ ਜੀ ਨੇ ਉੱਚਾ ਕੀਤਾ। ਕਹਿੰਦੇ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦੈ, ਦੇ ਗੁਣਾ ਸਤ ਭੈਣ ਪਰਾਵ ਹੈ, ਪਾਰੰਗਤ ਦਾਨ ਪੜੀਵਦੈ। ਪਾਰੰਗਤ ਦਾ ਅਰਥ ਹੁੰਦਾ ਹੈ ਵੀ ਭਵਜਲ ਸਾਗਰ ਤੋਂ ਪਾਰ ਕਰਨ ਵਾਲੀ ਉੱਚੀ ਆਤਮਿਕ ਅਵਸਥਾ। ਦਾਨ ਦਾ ਅਰਥ ਹੈ ਬਖਸ਼ਿਸ਼। ਵੀ ਇਸ ਭਵਜਲ ਸਾਗਰ ਤੋਂ ਪਾਰ ਕਰਨ ਵਾਲੀ ਉੱਚੀ ਆਤਮਿਕ ਅਵਸਥਾ ਦਾ ਦਾਨ, ਇਹ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਜਿਹੜੇ ਗੁਣ ਲੋਕ ਬੜੇ ਔਖੇ ਢੰਗ ਨਾਲ ਪ੍ਰਾਪਤ ਕਰਦੇ ਆ, ਕੋਈ ਪੁੱਠਾ ਲਟਕਿਆ ਹੋਇਆ ਵਾ, ਕੋਈ ਤਪ ਸਾਧਦਾ ਪਿਆ ਵਾ, ਕੋਈ ਘਰ ਪਰਿਵਾਰ ਛੱਡ ਕੇ ਬੈਠਾ ਹੋਇਆ ਹੈ, ਕੋਈ ਨੰਗਾ ਤੁਰਿਆ ਫਿਰਦਾ ਹੈ, ਬੜੀ ਕਠਿਨ ਤਪੱਸਿਆ ਲੋਕ ਕਰਦੇ ਨੇ ਵੀ ਉਹ ਗੁਣ ਕਿਤੇ ਪ੍ਰਾਪਤ ਹੋ ਜਾਣ, ਜਿਹਦੇ ਨਾਲ ਭਵਜਲ ਸਾਗਰ ਤੋਂ ਪਾਰ ਹੋਇਆ ਜਾਏ। ਉਹ ਗੁਣ ਜਿਹੜੇ ਨੇ, ਸਤ ਹੋ ਗਿਆ, ਸੰਤੋਖ ਹੋ ਗਿਆ, ਦਇਆ ਹੋ ਗਈ, ਨਿਮਰਤਾ ਹੋ ਗਈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਭਰਾ ਨੇ। ਭਾਵ ਸੁੱਤੇ ਸਿੱਧੀ ਸੁਭਾਵਕ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਉਹ ਗੁਣ ਮੌਜੂਦ ਨੇ। ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਮ ਦੇ। ਫਿਰ ਅੱਗੇ ਕਹਿੰਦੇ ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਮ ਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚ ਦਾ ਕਿਲਾ ਪੱਕਾ ਕੀਤਾ ਹੈ, ਤੇ ਸੱਚ ਦੀ ਨੀਮ ਦੇ ਉੱਤੇ ਇਹਨੂੰ ਟਿਕਾਇਆ ਹੋਇਆ ਹੈ। ਸੱਚ ਦਾ ਕਿਲਾ ਬਣਾ ਕਰਕੇ ਸੱਚ ਦੀ ਨੀਮ ਦੇ ਉੱਤੇ ਇਹਨੂੰ ਟਿਕਾਇਆ ਹੋਇਆ ਹੈ।
ਤੇ ਧਰਮ ਦਾ ਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਲਾਇਆ ਹੈ। ਵੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ, ਉਹਨਾਂ ਤੋਂ ਪਹਿਲਾਂ ਖੁਦ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਬਿਆਨ ਕਰਦੇ ਆ ਵੀ ਧਰਮ ਜਿਹੜਾ ਹੈ, ਕਲ ਕਾਤੀ ਰਾਜੇ ਕਾ ਖਾਈ, ਧਰਮ ਪੰਖ ਕਰ ਉੱਡ ਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ ਆਂਧੇਰੇ ਰਹਾ ਨਾ ਕੋਈ। ਵੀ ਧਰਮ ਜਿਹੜਾ ਹੈ ਉਹ ਪੰਖ ਲਾ ਕੇ ਉੱਡ ਚੁੱਕਿਆ, ਧਰਮ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਰਾਜਾ ਆਪਣਾ ਧਰਮ ਭੁੱਲ ਚੁੱਕਿਆ ਹੈ, ਪ੍ਰਜਾ ਆਪਣਾ ਧਰਮ ਭੁੱਲ ਚੁੱਕੀ ਹੈ, ਤੇ ਜਿਹੜੇ ਧਰਮ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇਂ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤਿੰਨੇ ਉਜਾੜ ਦਾ ਕੰਮ ਕਰਦੇ ਪਏ ਨੇ, ਮਨੁੱਖਤਾ ਦਾ ਉਜਾੜਾ ਕਰ ਰਹੇ ਨੇ। ਇਹ ਧਰਮ ਦੇ ਨਾਮ ਤੇ ਭਰਮ ਨੂੰ ਫੈਲਾ ਰਹੇ ਨੇ, ਧਰਮ ਰਿਹਾ ਹੀ ਨਹੀਂ ਕਿਤੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚਾ ਧਰਮ, ਇਹ ਰਾਜ ਜਿਹੜਾ ਹੈ ਇਹ ਚਲਾਇਆ ਹੈ। ਤੇ ਇਹ ਕਿਲਾ ਜਿਹੜਾ ਸੱਚ ਦਾ, ਇਹਦੀ ਨੀਂਹ ਸੱਚ ਦੇ ਉੱਤੇ ਟਿਕਾਈ ਹੈ। ਕਹਿੰਦੇ ਲਹਿਣੇ ਧਰਿਓਨ ਛਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦੈ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾ ਕਉ ਜੀਦੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਮਤ, ਉਹਨੂੰ ਤਲਵਾਰ ਬਣਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਦੇ ਅੰਦਰ ਜਿਹੜਾ ਪਹਿਲਾ ਜੀਵਨ ਸੀ ਉਹਨੂੰ ਕੱਟਿਆ। ਭਾਵ ਜੋ ਵਹਿਮ ਭਰਮ ਸਨ, ਜੋ ਕਰਮ ਕਾਂਡੀ ਜੀਵਨ ਸੀ ਨਾ, ਰੱਬ ਜੀ ਦੀ ਬਖਸ਼ਿਸ਼, ਇਹ ਗਿਆਨ, ਇਹਨੂੰ ਤਲਵਾਰ ਬਣਾ ਕੇ ਇਹਦੇ ਜ਼ੋਰ ਤੇ ਨਾਲ ਉਹ ਉਸ ਕਰਮ ਕਾਂਡੀ ਜੀਵਨ ਨੂੰ ਕੱਟ ਦਿੱਤਾ, ਨਵਾਂ ਜੀਵਨ ਬਖਸ਼ਿਆ। ਤੇ ਫਿਰ ਕਹਿੰਦੇ ਨੇ ਭਾਈ ਲਹਿਣਾ ਜੀ ਅੱਠੇ ਪਹਿਰ ਗੁਰੂ ਦੀ ਮੱਤ ਲੈ ਕਰਕੇ ਤੁਰਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਕਰਦੇ ਨੇ, ਉਹਦਾ ਰਸ ਮਾਣਦੇ ਨੇ। ਤੇ ਕਹਿੰਦੇ ਨੇ ਭਾਈ ਲਹਿਣਾ ਜੀ ਨੂੰ ਗੁਰਿਆਈ ਦਾ ਛਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ ਦਿੱਤਾ। ਜਦੋਂ ਉਹਨਾਂ ਨੇ ਘਾਲਣਾ ਘਾਲੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਿਆ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਗੱਦੀ ਦਾ ਵਾਰਸ ਬਣਾ ਦਿੱਤਾ। ਲਹਿਣੇ ਧਰਿਓਨ ਛਤ ਸਿਰ, ਉਹਨਾਂ ਦੇ ਉੱਤੇ ਵਡਿਆਈ ਦਾ ਛਤਰ ਝੁਲਾ ਦਿੱਤਾ। ਪਰ ਪਹਿਲਾਂ ਆਪ ਹੀ ਉਹਨਾਂ ਨੂੰ ਤਿਆਰ ਕੀਤਾ, ਉਹਨਾਂ ਦੇ ਅੰਦਰੋਂ ਗਿਆਨ ਦੇ ਰਾਹੀਂ ਕਰਮ ਕਾਂਡੀ ਜੀਵਨ, ਜਿਹੜੇ ਵਹਿਮ ਭਰਮ ਹਨ, ਇਹ ਕੱਟ ਦਿੱਤੇ। ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਕਰ ਕਰਕੇ, ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾ ਗਏ। ਲਹਿਣੇ ਧਰਿਓਨ ਛਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦੈ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾਕਉ ਜੀਦੈ। ਫਿਰ ਅੱਗੇ ਕਹਿੰਦੇ ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ। ਵੀ ਗੁਰੂ ਨੇ, ਭਾਵ ਗੁਰੂ ਨਾਨਕ ਨੇ ਆਪਣੇ ਚੇਲੇ, ਆਪਣੇ ਛਿਸ਼, ਜਿਹੜਾ ਕੁਝ ਦਿਨ ਪਹਿਲਾਂ ਚੇਲਾ ਬਣ ਕੇ, ਛਿਸ਼ ਬਣ ਕੇ ਘਾਲਣਾ ਘਾਲਦਾ ਪਿਆ ਸੀ, ਉਹਦੇ ਅੱਗੇ ਨਮਸਕਾਰ ਕਰ ਦਿੱਤੀ। ਰਹਿ ਰਾਸ ਸ਼ਬਦ ਆਇਆ। ਰਹਿ ਰਾਤ ਦਾ ਅਰਥ ਸੱਚਾ ਰਾਹ ਵੀ ਹੁੰਦਾ ਹੈ, ਰਸਤੇ ਦੀ ਪੂੰਜੀ ਵੀ ਹੁੰਦਾ ਹੈ, ਪਰ ਇੱਥੇ ਰਹਿ ਰਾਤ ਦਾ ਅਰਥ ਹੈ ਨਮਸਕਾਰ, ਪ੍ਰਣਾਮ, ਆਦਰ ਨਾਲ ਪ੍ਰਣਾਮ ਕਰਨਾ, ਨਮਸਕਾਰ ਕਰਨਾ। ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਛਿਸ਼ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ, ਤੇ ਸਲਾਮਤ ਹੁੰਦਿਆਂ ਟੇਕਿਆ, ਜਿਉਂਦੇ ਜੀ ਆਪ ਟੇਕਿਆ ਮੱਥਾ। ਨਾਨਕ ਸਲਾਮਤ ਥੀਮਦੈ, ਸ਼ਹਿ ਟਿੱਕਾ ਦੇ ਦੋਸ਼ ਜੀਵ ਤੇ, ਤੇ ਜਿਉਂਦੇ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਿਆਈ ਦਾ ਟਿੱਕਾ ਉਹਨਾਂ ਨੂੰ ਲਗਾ ਦਿੱਤਾ, ਗੁਰਗੱਦੀ ਬਖਸ਼ ਦਿੱਤੀ। ਵੇਖੋ ਗੁਰੂ ਨਾਨਕ ਦੀ ਵਡਿਆਈ। ਆਪ ਅਜੇ ਸਹੀ ਸਲਾਮਤ ਨੇ, ਤੇ ਆਪੇ ਆਪਣੇ ਜਿਉਂਦਿਆਂ ਹੀ, ਸਹੀ ਸਲਾਮਤ ਹੁੰਦਿਆਂ ਹੀ ਉਹਨਾਂ ਨੂੰ ਲੁਕਾਈ ਤੇ ਉਮਤ ਨੂੰ ਤਾਰਨ ਵਾਸਤੇ ਉਹਨਾਂ ਦੀ ਡਿਊਟੀ ਲਗਾ ਦਿੱਤੀ, ਉਹਨਾਂ ਨੂੰ ਗੁਰਗੱਦੀ ਦਾ, ਆਪਣੀ ਜੋਤ ਦਾ ਵਾਰਸ ਬਣਾ ਦਿੱਤਾ। ਸੋ ਇਹ ਪਹਿਲੀ ਪੌੜੀ ਆਪਾਂ ਅੱਜ ਵਿਚਾਰੀ ਹੈ। ਅਗਲੀਆਂ ਪੌੜੀਆਂ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ ਜੀ। ਭੁੱਲ ਗਲਤੀ ਦੀ ਖਿਮਾ, ਪਰਵਾਨੋ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।